ਖਾਣਾ ਖਰਾਬ ਹੋ ਜਾਏ, ਬੇੜਾ ਗਰਕ ਹੋ ਜਾਏ ਔਰਤ ਦਾ। ਇਹਨੇ ਮੇਰੇ ਤਿੰਨ ਬੱਚੇ ਸਨ ਰੰਡੀ ਦੇ, ਇਹਨੇ ਸ਼ਰਮ ਨਾ ਆਈ ਉਤਰੀ ਨੂੰ। ਇਹਦਾ ਖਾਣਾ ਖਰਾਬ ਹੋ ਜਾਏ, ਇਹਨੇ ਮੇਰੇ ਬੱਚੇ ਨੂੰ ਘਰ ਸੱਦ ਕੇ ਬੁਲਾ ਕੇ ਫਿਰ ਇਹਨੇ ਮਰਵਾਇਆ ਆਪਣੇ ਖਸਮ ਕੋਲੋਂ। ਬੇੜਾ ਗਰਕ ਜਾਏ, ਫਿਰ ਆਪਣੀ ਰਣ ਨੂੰ ਮਾਰਦਾ, ਉਹਦਾ ਗੰਦ ਮਕਾਉਂਦਾ। ਗੰਦੀ ਦਾ ਗੰਦ ਨਾ ਮਕਾਇਆ ਉਤਰੀ ਦਾ ਰੰਡੀ ਦਾ। ਤੇ ਮੇਰਾ ਪੁੱਤਰ ਮਾਸ਼ਰ ਬੇਗਨਾ ਹੈ, ਮੇਰਾ ਪੈਟਰੋਲ ਪਾ ਕੇ ਸਾੜ ਕੇ ਜਿਵੇਂ ਮੇਰੇ ਬੱਚੇ ਦਾ ਮੂੰਹ ਸਾੜਿਆ। ਮੈਂ ਆਪਣੇ ਬੱਚੇ ਦਾ ਜਾਂਦੀ ਵਾਰ ਮੂੰਹ ਵੀ नहीं देख सके। आगे सब्र करें, आपको अल्लाह ताला सब्र दे, यही कह सकते हैं। 1.5 महीना हो गया, मुझे नजर ही नहीं आता पिया। मेरा बेटा बहुत प्यारा सी, अच्छा बेटा सी, मेरा बहुत प्यारा बेटा सी। अस्सलाम वालेकुम नाज़रीन, मैं हूं आपकी मेज़बान राबिया सिद्दीकी और आप देख रहे हैं सुबह टीवी। मेरे साथ मौजूद हैं डिलीवरी बॉय केस में जो रईस थे, उनकी वालिदा। हालत आपके सामने है, ज़ारो कतार रो रही हैं, बात करने की भी कंडीशन में नहीं है, लेकिन मजबूरी है कि उनसे बात करना चाहती थी मैं, कि मैं उनसे पूछूं कि क्या मामला उनके बेटे के साथ हुए हैं। एक जवान बच्चा किसी माँ का दुनिया से चला जाए, छोटा सा बच्चा फोत हो जाए, तो माँ को रात रात दिन सब्र नहीं आता और माँ बिलखती रहती है, रोती रहती है अपने बच्चे के चेहरा देखने की, एक झलक देखने की उसमें। लेकिन ये वो माँ है जिसका जवान बेटा तशद्दुद करके मारा गया। कुदरती मौत आती तो कोई सब्र आ जाता। अस्सलाम वालेकुम। माँ जी सब्र करें, आपको अल्लाह ताला सब्र दे, यही कह सकते हैं। बड़ा जुल्म किया उन्होंने आपके बच्चे के साथ। बड़ियां गल्लां कीतियां ते गल नहीं आउंदी, चला दिन्नी भी बच्चे पाल। अज 1.5 महीना हो गया, मैनू नजर ही नहीं आंदा पिया। रो के असल च माँ जी रो के हो गया सारा कुछ। अल्लाह तानू सब्र दे माँ जी, उस औरत ने बड़ा जुल्म किया है। जवान बच्चा किस तरह दी सी रईस दी आदत, किस तरह सी ताड़े? बहुत अच्छी आदत सी, मेरा बेटा बहुत प्यारा सी, अच्छा बेटा सी, मेरा बहुत प्यारा बेटा सी। ਇਹਦਾ ਖਾਣਾ ਖਰਾਬ ਹੋ ਜਾਏ, ਬੇੜਾ ਗਰਕ ਹੋ ਜਾਏ ਔਰਤ ਦਾ। ਇਹਨੇ ਮੇਰੇ ਪੁੱਤਰ ਨੂੰ ਪਤਾ ਨਹੀਂ ਕਿਉਂ ਵਰਗਾ ਕਿਹੜਾ ਵਰਗ ਲਾਇਆ, ਲਾ ਕੇ ਇਹਨੇ ਆਪਣੇ ਪਿੱਛੇ ਲਾ ਲਿਆ ਉਤਰੀ ਦੇ। ਤਿੰਨ ਬੱਚੇ ਸਨ ਰੰਡੀ ਦੇ, ਇਹਨੇ ਸ਼ਰਮ ਨਾ ਆਈ ਉਤਰੀ ਨੂੰ। ਇਹਦਾ ਖਾਣਾ ਖਰਾਬ ਹੋ ਜਾਏ, ਇਹਨੇ ਮੇਰੇ ਬੱਚੇ ਨੂੰ ਘਰ ਸੱਦ ਕੇ ਬੁਲਾ ਕੇ ਫਿਰ ਇਹਨੇ ਮਰਵਾਇਆ ਆਪਣੇ ਖਸਮ ਕੋਲੋਂ। ਤੇ ਖਸਮ ਕੋਲੋਂ ਨਹੀਂ ਸੀ ਰਾਜੀ ਹੁੰਦਾ, ਤੇ ਬੱਚੇ ਛੋਟੇ ਜਿਹਨਾਂ ਦੇ ਨਾਲ ਇਹਨੇ ਇਹ ਚਾਂਸ ਕੀਤਾ, ਤੇਰੇ ਨੂੰ ਮਰਵਾ ਛੜਿਆ। ਇਹਦਾ ਖਾਣਾ ਖਰਾਬ ਹੋ ਕੀ ਜਾਏ, ਉਮਰ ਸੀ ਰईस ਦੀ? ਬੇੜਾ ਗਰਕ ਹੋ ਜਾਏ। ਤੇ ਆਪਣਾ ਇਹਦਾ ਖਸਮ ਜਿਹੜਾ ਹੈ ਨਾ, ਅੰਤਰੇ ਦਾ ਅੰਤਰਾ ਬੇੜਾ ਗਰਕ ਜਾਏ, ਫਿਰ ਆਪਣੀ ਰਣ ਨੂੰ ਮਾਰਦਾ, ਉਹਦਾ ਗੰਦ ਮਕਾਉਂਦਾ। ਉਹਦਾ ਗੰਦ ਮਕਾ ਕੇ ਫਿਰ ਮੇਰੇ ਬੱਚੇ ਨੂੰ ਮਾਰਦਾ। ਮੇਰੇ ਬੱਚੇ ਤੇ ਸਾਰਾ ਗੁੱਸਾ ਮੇਰੇ ਬੱਚੇ ਤੇ ਚੜ ਗਿਆ। ਹਾਂ, ਇਹਦਾ ਬੇੜਾ ਗਰਕ ਜੇ ਉੱਤਰੇ ਦਾ ਇਹਨਾਂ ਆਪਣੀ ਬੁੱਢੀ ਨੂੰ ਨਹੀਂ ਮਾਰਿਆ? ਆਪਣੀ ਬੁੱਢੀ ਨੂੰ ਨਹੀਂ ਮਾਰਿਆ, ਮੇਰੇ ਬੱਚੇ ਨੂੰ ਮਾਰਿਆ। ਪਹਿਲਾਂ ਆਪਣੀ ਬੁੱਢੀ ਮਾਰਦਾ, ਫਿਰ ਮੇਰਾ ਬੱਚਾ ਮਾਰਦਾ। ਤੇ ਮੈਂ ਆਂਦੀ ਚਲੋ ਕੋਈ ਗੱਲ ਨਹੀਂ। ਉੱਤਰੇ ਨੂੰ ਚੱਟ ਚੁੰਮ ਕੇ ਰੱਖ ਲਿਆ। ਉਹ ਬਹੁਤੀ ਲਾਡੀ ਸੀ, ਗੰਦੀ ਦਾ ਗੰਦ ਨਾ ਮਕਾਇਆ ਉਤਰੀ ਦਾ ਰੰਡੀ ਦਾ। ਤੇ ਮੇਰਾ ਪੁੱਤਰ ਮਾਸ਼ਰ ਬੇਗਨਾ ਹੈ, ਮੇਰਾ ਬੱਚਾ ਮਾਰਿਆ। ਤੇਰਾ ਖਾਣਾ ਖਰਾਬ ਹੋਏ, ਤੇਰਾ ਬੇੜਾ ਗਰਕ ਜਾਏ। ਅੱਲਾ ਕਹੇ ਤੁਸੀਂ ਤੁਹਾਨੂੰ ਫਾਂਸੀ ਲੱਗੇ, ਤੇ ਅਸੀਂ ਵੀ ਤੁਹਾਡੇ ਤੇ ਪੈਟਰੋਲ ਪਾ ਕੇ ਸਾੜ ਕੇ ਜਿਵੇਂ ਮੇਰੇ ਬੱਚੇ ਦਾ ਮੂੰਹ ਸਾੜਿਆ। ਮੈਂ ਆਪਣੇ ਬੱਚੇ ਦਾ ਜਾਂਦੀ ਵਾਰ ਮੂੰਹ ਵੀ ਨਹੀਂ ਵੇਖ ਸਕੀ। ਮੇਰਾ ਮੂੰਹ ਬੱਚੇ ਦਾ ਮੂੰਹ ਚਿਹਰਾ ਗਵਾਤਾ। ਤੁਹਾਡੇ ਦੇ ਵੀ 3-3 ਲੀਟਰ ਪੈਟਰੋਲ ਪਾ ਕੇ ਨਾ ਤੁਹਾਡੇ ਬੂਥੇ ਸਾੜਨੇ ਨੇ, ਤੁਹਾਡੀਆਂ ਸ਼ਕਲਾਂ ਖਰਾਬ ਕਰਨੀਆਂ ਨੇ, ਤੁਹਾਡਾ ਬੇੜਾ ਗਰਕ ਜੀ ਹੋਏ। ਕੈਸੀ ਆਦਤ ਸੀ ਰईस ਦੀ, ਕਿਸ ਤਰ੍ਹਾਂ ਦਾ ਸੀ? ਤੁਹਾਡੇ ਕੋਲ ਆਂਦਾ ਸੀ, ਕਿਸ ਤਰ੍ਹਾਂ ਤੁਹਾਨੂੰ ਪਿਆਰ ਕਰਦਾ ਸੀ? ਬੱਚੇ ਦੀ ਬੜੀ ਅੱਛੀ ਆਦਤ ਸੀ। ਮੇਰਾ ਤੇ ਬੱਚਾ ਹੈ ਹੀ ਨਹੀਂ ਸੀ ਇਸ ਤਰ੍ਹਾਂ ਦਾ। ਮੇਰਾ ਤੇ ਬੱਚਾ ਬਹੁਤ ਪਿਆਰਾ ਸੀ, ਉਹਦੇ ਚ ਕੋਈ ਵਾਲ ਫਰੇਬ ਇਹੋ ਜਿਹਾ ਹੈ ਹੀ ਨਹੀਂ ਸੀ। ਇਸ ਔਰਤ ਨੇ ਅੱਲਾ ਜਾਣੇ ਕੀ ਕਿਹਾ ਉਹਨੇ ਤੇ ਕੀ ਨਹੀਂ ਕਿਹਾ। ਇਹਦਾ ਖਾਣਾ ਖਰਾਬ ਹੋ ਜਾਏ। ਉਹਨੇ ਤੇ ਆਪਣੀ ਮਰਜ਼ੀ ਦੀ ਪਸੰਦ ਦੀ ਸ਼ਾਦੀ ਕੀਤੀ, ਤੇ ਮੈਂ ਤੇ ਉਹਦੀਆਂ ਤਿਆਰੀਆਂ ਕਰਨ ਡਈ ਸਾਂ, ਮੇਰੀਆਂ ਖੁਸ਼ੀਆਂ ਵੇਖਣੀਆਂ ਸਨ। ਇਹਨੇ ਉਹਦੀਆਂ ਖੁਸ਼ੀਆਂ ਮੇਰੀਆਂ ਚ ਪਾਣੀ ਫੇਰ ਛੜਿਆ। ਇਹਨੂੰ ਦੁੱਖ ਹੋਇਆ, ਤਕਲੀਫ ਹੋਈ ਉਤਰਾਂ ਦੀ ਉਤਰੀ ਨੇ। ਇਹਨੇ ਖਰੇ ਗੁੱਸੇ ਦੇ ਨਾਲ ਮੇਰੇ ਬੱਚੇ ਨੂੰ ਸੱਦ ਕੇ ਮਰਵਾਇਆ। ਸਿਰ ਬੇੜਾ ਗਰਕ ਜੇ ਚੰਗਾ ਨਾ ਲੱਗਾ ਮੇਰਾ ਬੱਚਾ ਇਹਨੂੰ, ਇਹਦਾ खाना खराब हो जाए। नाजरीन आप देख सकते हैं कि माँ की क्या हालत है, कि माँ को कुछ समझ नहीं आ रहा, मैं क्या कहूँ क्या करूँ, कि इस तरह की उनकी कैफियत हो चुकी है कि दिन रात वो रात को सोती नहीं है, सारी सारी रात वो जागती हैं, रोती हैं, और नज़र भी इनकी काफ़ी वीक हो चुकी है पहले की निस्बत। इन्होंने शादी की तैयारियां की थी, लेकिन इनको पता ही नहीं था कि शादी की जो तैयारियां हैं वो बर्बादी में बदल जाएंगी। एक औरत ने अपने जिस्म की हवस पूरी करने के लिए, अपनी जिस्मानी ख्वाहिश को पूरे करने के लिए एक माँ की गोद उजाड़ दी, और ये भी नहीं सोचा कि उस माँ ने कितनी तकलीफ़ों से और कितनी परेशानियों से उस बच्चे को पाल पोस कर बड़ा किया होगा। माँ की हालत आपके सामने है, आप देख सकते हैं कि माँ कितना रो रही है और कितनी परेशान है।
माँ जी, अगर वो माफ़ी मांगते हैं, आपके पास आते हैं कि हमें माफ़ कर दें, जिस तरह के हमें ये खबरें मिल रही हैं, सुनने में आ रही हैं कि जी वो कहते हैं कि जिसके छोटे छोटे बच्चे हैं तो उसको माफ़ कर दें, तो क्या आप करेंगे? ਉਹਦੇ ਛੋਟੇ ਬੱਚੇ ਨੇ ਤੇ ਮੇਰਾ ਐਡਾ ਬੜਾ ਜਵਾਨ ਸੀ, ਬਗੈਰ ਤੈਨੂੰ ਸ਼ਰਮ ਨਾ ਆਈ ਕੁੱਤੇ ਦੇ ਮੂੰਹ ਵਾਲੇ ਨੂੰ। ਇਹਨੂੰ ਮਾਫੀ ਮੁਫੀ ਕੋ ਨਹੀਂ ਦੇਣੀ, ਅੱਲਾ ਇਨਸਾਫ ਕਰੇਗਾ। ਤੇ ਮੈਂ ਨਾਲੇ ਇਹਨਾਂ ਨੂੰ ਅੱਲਾ ਤਾਲਾ ਇਹਨਾਂ ਨੂੰ ਫਾਂਸੀ ਚੜਾਵੇ। ਤੇ ਇਹ ਜਦੋਂ ਫਾਂਸੀ ਲੱਗ ਜਾਏਗੀ ਨਾ ਤੇ ਫਿਰ ਇਹਨਾਂ ਤੇ ਤਿੰਨ ਤਿੰਨ ਤੇਲ ਦੇ ਲੀਟਰ ਸੁੱਟ ਕੇ ਨਾ ਇਹਨਾਂ ਦੇ ਬੂਥੇ ਸਾੜਨੇ ਨੇ, ਇਹਨਾਂ ਦੀ ਸ਼ਕਲਾਂ ਖਰਾਬ ਕਰਨੀਆਂ ਨੇ। ਤੇ ਫਿਰ ਉੱਤੇ ਪਾਵਾਂਗੇ ਦਹੀਂ, ਦਹੀਂ ਪਾ ਕੇ ਉੱਤੇ ਕੁੱਤੇ ਛੱਡਾਂਗੇ ਨਾ, ਇਹਨੂੰ ਕੁੱਤੇ ਖਾਣਗੇ ਨਾ। ਮੈਂ ਆਖਾਂਗੀ ਲੈ ਹੁਣ ਤੈਨੂੰ ਮਾਫੀ ਦਿੱਤੀ, ਉਤਰੀਏ ਰੰਡੀਏ, ਤੇਰਾ ਖਾਣਾ ਖਰਾਬ ਹੋਏ, ਤੇਰੇ ਬੱਚੇ ਮਰ ਜਾਣ। ਜਿੰਨਾ ਮੈਨੂੰ ਦੁਖੀ ਕੀਤਾ, ਜਿੰਨਾ ਮੇਰਾ ਢਿੱਡ ਸਾੜਿਆ, ਅੱਲਾ ਤੇਰਾ ਸਾੜੇ। ਖਾਣਾ ਖਰਾਬ ਹੋ ਜਾਏ, ਤੇਰਾ ਬੇੜਾ ਗਰਕ ਜਾਏ। हाँ जी, हौसला करो, तुसी सब्र करो, बड़ा जुल्म किया इन्होंने ਤੁਹਾਡੇ ਬੱਚੇ ਦੇ ਨਾਲ, ਅੱਲਾਹ ਤਾਲਾ ਤੁਹਾਨੂੰ ਸਬਰ ਦੇ। ਮੇਰੇ ਬੱਚੇ ਦਾ ਮੂੰਹ ਨਾ ਸਾੜਿਆ ਹੁੰਦਾ ਤੇ ਮੈਂ ਜਾਂਦਾ ਆਪਣੇ ਬੱਚਾ ਹੀ ਵੇਖ ਲੈਂਦੀ। ਮੈਂ ਆਪਣੇ ਬੱਚੇ ਦਾ ਮੂੰਹ ਹੀ ਨਹੀਂ ਵੇਖ ਸਕੀ। ਮੈਂ ਰੱਜ ਕੇ ਨਹੀਂ ਆਪਣਾ ਪੁੱਤਰ ਵੇਖਿਆ। ਮੇਰਾ ਪੁੱਤਰ ਜਿਵੇਂ ਆ ਗਿਆ ਉਵੇਂ ਆ ਗਿਆ, ਚਲਾ ਗਿਆ ਵਾਪਸ, ਮੈਂ ਵੇਖਿਆ ਹੀ ਨਹੀਂਗਾ। ਮਾਂ ਦੀ ਬੜੀ ਹਸਰਤ ਹੁੰਦੀ ਏ ਕਿ ਚਲੋ ਬੱਚਾ ਚਲਾ ਗਿਆ ਦੁਨੀਆ ਤੋਂ, ਮੈਂ ਉਹ ਆਖਰੀ ਟਾਈਮ ਤੇ ਉਹਦਾ ਮੂੰਹ ਹੀ ਚੁੰਮ ਲਵਾਂ, ਕੋਈ ਉਹਨੂੰ ਦੇਖ ਮੈਂ ਲਵਾਂ ਤੇ ਜੀ ਰਾਤ ਭਰ ਦਿਨ ਕੇ। ਝੋਲੀਆਂ ਅੱਡ ਕੇ ਬਾਦਮੀਆਂ ਦੇਣੀਆਂ ਨੇ, ਇਹਦਾ ਖਾਣਾ ਖਰਾਬ ਹੋ ਜਾਏ, ਇਹਦਾ ਅੱਡ ਮੁੱਢ ਮਰ ਜਾਣ, ਇਹਦੇ ਬੱਚੇ ਮਰ ਜਾਣ, ਇਹ ਮਰੇ, ਇਹਨਾਂ ਦਾ ਖਾਣਾ ਖਰਾਬ ਹੋ ਜਾਏ। ਇਹਨਾਂ ਨੂੰ ਅੱਲਾ ਕਰਕੇ ਫਾਂਸੀ ਚੜਨ। ਇਹਨਾਂ ਨੂੰ ਫਾਂਸੀ ਜਦੋਂ ਹੋ ਜਾਏਗੀ ਨਾ, ਫਿਰ ਤੇਲ ਪਾਵਾਂਗੇ ਤੇ ਸਾੜਾਂਗੇ ਨਾ ਇਹਨਾਂ ਦੇ ਮੂੰਹ ਮਾਂ ਸਾਰੇ ਬੂਥੇ ਬਾਤੇ, ਤੇ ਫਿਰ ਸਕੂਨ ਆਏਗਾ। ਜਿਵੇਂ ਮੇਰੇ ਪੁੱਤਰ ਦਾ ਚਿਹਰਾ ਖਰਾਬ ਕੀਤਾ, ਇਹਨਾਂ ਦਾ ਵੀ ਕਰਨਾ ਹੈ। ਇਹਨਾਂ ਦਾ ਬੇੜਾ ਗਰਕ ਕਰਨਾ, ਇਸ ਤਰ੍ਹਾਂ ਇਹਨਾਂ ਦਾ ਖਾਣਾ ਖਰਾਬ ਕਰਨਾ, आप कोई माफी नहीं देगी। यानी कि आपका नाज़रीन कहना है वालदा का कि जी इनको किसी भी सूरत में माफ़ी नहीं देनी, कुछ भी हो जाए, जिस तरह इन्होंने जुल्म किया हमारे बेटे के साथ उसी तरह से इनके साथ करना है। और इनकी अपील भी यही है वज़ीर आज़म से भी, वज़ीर आला से भी, और जितने भी आला ओहदेदारान हैं उनसे, सबसे यही अपील है इनकी कि उनको भी इसी तरीके से मारा जाए, इसी तरीके से फांसी दी जाए, इसी तरीके से उनको जलाया जाए, ताकि उनको पता चले कि उन्होंने क्या किया। ये तो इन्होंने हिंदुआना रस्म जो है उसको इन्होंने उजागर किया है कि जैसे हिंदू होते हैं वो मरने के बाद बंदे को जला देते हैं, इन्होंने तो काफरों वाली जो एक रसूमात है उसको इन्होंने उजागर करने की कोशिश की है। क्या ये साबित करना चाह रहे थे कि क्या मुसलमान एक लड़के को आप मार रहे हैं, उस पर आप तशद्दुद कर रहे हैं? अगर आप इतने ही गैरतमंद हैं और इतने ही आपके अंदर गैरत का जज्बा है तो आपका काम बनता था आप अपनी बीवी को भी उसी तरीके से वहीं पर कत्ल कर देते। क्या कहेंगी आप? ਮੇਰੇ ਬੱਚੇ ਨੇ ਇਹਨਾਂ ਦੇ ਤਰਲੇ ਲਏ ਅੰਤਰਿਆਂ ਦੇ ਕਿ ਮੈਨੂੰ ਪਾਣੀ ਘੁੱਟ ਪਿਆ ਦੇ, ਉਹ ਨਹੀਂ ਪਿਆਇਆ। ਫਿਰ ਉਹਨੇ ਮੇਰੇ ਬੱਚੇ ਨੇ ਤਰਲੇ ਲਏ। ਮੈਂ ਆਪਣੀ ਮਾਂ ਨੂੰ ਸੁੱਤੀ ਵੀ ਨੂੰ ਛੱਡ ਕੇ ਆਇਆ। ਮੈਂ ਆਪਣੀ ਮਾਂ ਨਾਲ ਮੇਰੀਆਂ ਦੋ ਤਿੰਨ ਗੱਲਾਂ ਕਰਾ ਦਿਓ, ਨਹੀਂ ਕਰਾਈਆਂ। ਐਸੇ ਕਾਫਰ ਨੇ, ਐਸੇ ਬਗੈਰਤ ਨੇ ਅੰਤਰਿਆ। ਤੇ ਮੇਰੀ ਮਾਂ ਮੇਰੇ ਪੁੱਤਾਂ ਨਾਲ ਗੱਲ ਹੀ ਕਰਾ ਦੇ। ਉਹਨੇ ਬੜੇ ਤਰਲੇ ਲਏ ਕਿ ਮੇਰੀ ਮਾਂ ਨਾਲ ਯਾਰ ਗੱਲ ਕਰਾ ਦੇ, ਮਾਂ ਤੇ ਤੁਸੀਂ ਮੈਨੂੰ ਛੱਡਣਾ ਹੈ ਤੇ ਮੇਰੇ ਮਾਂ ਨਾਲ ਮੇਰੀ ਗੱਲ ਕਰਾ ਦਿਓ। ਤੁਹਾਨੂੰ ਸ਼ਰਮ ਨਾ ਆਈ? ਡੁੱਬ ਕੇ ਮਰ ਜਾਓ ਅੰਤਰੇ, ਤੁਹਾਨੂੰ ਕੀੜੇ ਪੈ, ਤੁਸੀਂ ਵੀ ਇੰਝ ਹੀ ਮਰੋ, ਤਰਸ ਤਰਸ ਕੇ ਮਰੋ, ਤੁਹਾਨੂੰ ਪਾਣੀ ਨਾ ਲੱਭੇ। ਅੱਲਾ ਕਰਕੇ ਤੁਹਾਨੂੰ ਕਿਤੇ ਕਵਰ ਨਸੀਬ ਨਾ ਹੋਵੇ ਸੁਰ ਸਵਾਦ, ਐਵੇਂ ਹੀ ਮਰੋ ਤੁਸੀਂ। ਤੁਹਾਡਾ ਖਾਣਾ ਖਰਾਬ ਹੋ ਜਾਏ, ਬੇੜਾ ਗਰਕ ਜਾਏ, ਤੁਹਾਨੂੰ ਸਾੜਾਂਗੇ ਤੇ ਫਿਰ ਸਾਨੂੰ ਸਕੂਨ ਆਏਗਾ। ਜਦੋਂ ਭਾਂਬੜ ਨਿਕਲਣਗੇ ਨਾ ਤੇ ਉਦੋਂ ਤੁਹਾਨੂੰ ਮਾਫੀ ਦੇਵਾਂਗੇ। ਜਿਵੇਂ ਮੇਰੇ ਬੱਚਿਆਂ ਨਾਲ ਕੀਤੀ ਇਸੇ ਤਰ੍ਹਾਂ ਤੁਹਾਡੇ ਮਾਂ ਨਾਲ ਜੀ ਕੋਈ ਪਹਿਲੇ ਪਤਾ ਸੀ ਕਿ ਕੋਈ ਰਈਸ ਦਾ ਉਸ ਔਰਤ ਦੇ ਨਾਲ ਕੋਈ ਤਲਕ ਹੈਗਾ ਹੈ ਜਾਂ ਕੋਈ ਮਿਲਦਾ ਹੈ ਜੁਲਦਾ ਹੈ? ਉਤਰੀ ਦਾ ਖਾਣਾ ਖਰਾਬ ਹੋ ਜਾਣਾ। ਕੀ ਪਤਾ ਕੀ ਕੀਤਾ, ਕਿਹੜਾ ਵਰਗ ਲਾਇਆ ਸੋ। ਤੇ ਬੱਚਾ ਮੇਰਾ ਸਾਂ ਦਾ ਹੈ ਹੀ ਨਹੀਂ ਸੀ ਬਿਲਕੁਲ ਵਾਸਤੇ। ਇਹ ਤੇ ਹੰਡੀ ਵਰਤੀ ਸੀ, ਝੋਟੀ ਮੱਝ ਕੁੜੀ ਜਾਵੇ ਦੀ ਪੁੱਤ ਤੇ ਨਾ ਬਾਲਾਂ ਦੀ ਮਾਂ। ਮੇਰਾ ਤੇ ਭੋਰਾ ਕਬਾਲ ਸੀ ਤੇ ਪਤਾ ਹੀ ਕੋਈ ਨਹੀਂ ਸੀ। ਇਹਨੇ ਅੱਲਾ ਜਾਣੇ ਕੀ ਵਰਗ ਲਾਇਆ, ਕੀ ਖਾਂਦੀ ਮਰਦੀ ਰਹੀ ਸੂ। ਇਹਦਾ ਬੇੜਾ ਗਰਕ ਜਾਏ, इन्हें अल्लाह जाने की कहता। तो अगर रईस उसको ब्लैकमेल करता था, उसको परेशान करता था, उसे टॉर्चर करता था, हरासा करता था, तो उस औरत का ये काम बनता है, ये सिर्फ आमना के लिए नहीं है, ये तमाम औरतों को ये मेरा पैगाम है कि अगर आपको कोई परेशान करता है, हरासा करता है, तो अगर आप हरासा हो रही हैं तो आपका काम बनता है कि आप अपने घर में अपने किसी बाप को, अपने किसी भाई को, अपने बेटे को या अपने शोहर को आप बताएं। आप किसी से वो चीज़ शेयर करें। नहीं कर सकती तो 15 सबको पता है कि 15 पे कॉल करें तो आप उसके ऊपर जो है कंप्लेन हो जाती है। तो क्यों नहीं ये सब किया गया? क्यों उस लड़के को पकड़ा गया, पूरे प्लान के साथ उसे बुलाया गया, वर्गलाया गया और फिर उसको घर में लाकर कमरे में तशद्दुद किया गया और तशद्दुद करते हुए किसी को आवाज़ भी नहीं आई? बड़ी हैरत की बात है कि एक कमरे में एक लड़के पर तशद्दुद हो रहा था, लेकिन जो उस घर में बाकी लोग रह रहे थे उनके कान पे जूं भी नहीं रहेंगी और उनका कहना है कि हमें तो पता भी नहीं था। और आमना का भी ये बयान है कि हमें तो पता ही नहीं था कि क्या हुआ उस कमरे के अंदर। उसको तो मारा भी नहीं है, उसको तो मारने की आवाज़ भी नहीं आई, लेकिन जो वीडियोस मंजर आम पे आई हैं उसमें साफ नज़र आ रहा है कि कितना तशद्दुद उस बच्चे के ऊपर किया गया। आवाज़ किस तरह आउंदी?
ਉਹਦਾ ਮੂੰਹ ਅੱਲਾ ਜਾਣੇ ਉਹਦਾ ਤੇ ਮੂੰਹ ਵਿਚਾਰਾ ਬੰਦ ਹੀ ਨਹੀਂ ਹੋਇਆ, ਮੂੰਹ ਖੁੱਲਾ ਰਿਹਾ। ਅੱਲਾ ਜਾਣੇ ਕਿਹੜੀ ਸ਼ੈ ਉਤਰਾਂ ਨੇ ਮੂੰਹ ਚ ਪਾਸ਼ ਨਹੀਂ, ਮੂੰਹ ਨਹੀਂ ਬੰਦ ਹੋਇਆ। ਫਿਰ ਉਹਦੀਆਂ ਲੱਤਾਂ ਬੰਨ੍ਹਤੇ, ਪੈਰ ਬੰਨ੍ਹਤੇ, ਸਾਰਾ ਕੁਝ ਬੰਨ੍ਹਤਾ, ਤੇ ਉਹਦੀ ਆਵਾਜ਼ ਕਿੱਥੋਂ ਆਉਂਦੀ? ਉਤਰਾਂ ਨੇ ਆਵਾਜ਼ ਨਿਕਲਣ ਜੋ ਕੋਈ ਛੱਡੀ ਨਹੀਂ ਸੀ। ਇਹਨਾਂ ਦਾ ਬੇੜਾ ਗਰਕ ਜੇ, ਇਹਨਾਂ ਨੂੰ ਕੋੜ ਪੈ ਜੇ, ਇਹ ਲੱਕ ਕੇ ਮਰ ਜਾਣ ਨਾ। ਕੀ ਮੈਂ इंसान कितना भी जुल्म करे, लेकिन इंसान को याद रखना चाहिए कि ये जो हम आज करते हैं वो कल को हमारी तरफ लौट के ज़रूर आता है। किसी की बद्दुआएं नहीं लेनी चाहिए, बद्दुआओं से बचना चाहिए, क्योंकि बद्दुआएं बड़ी बुरी चीज़ होती हैं। आमना और फरहान के पीछे एक माँ की बद्दुआएं हैं। चोरियां अड्ड अड्ड के सुबह शाम बादमें देनी, तेरा खाना खराब हो जाए, तेरा अड्ड मुड्ड मरे, तेरे बच्चे मरन, तू मार, तेरा खसम मरे, ते ताड़े तन फांसी चढ़े, ताड़े ते तेल पा के साड़े आवेगा ना, तो फिर मैंने सुकून आ जाएगा। मैं तो रात दिन बादमें देनी, मेरा ढिड अल्लाह ताला आपको सब्र दे माँ जी, यही दुआ कर सकते हैं। लेकिन मुझे पता है कि एक माँ को सब्र नहीं आता जिसका जवान बेटा दुनिया से चला जाए। नाजरीन, दुआ करें कि इनको इंसाफ मिले, और मेरी वज़ीर आला से, वज़ीर आज़म से भी ये दरख्वास्त है कि इनको इंसाफ दिलाएं, क्योंकि इनके बेटे के साथ बड़ा जुल्म हुआ है। और ऐसा जुल्म हुआ है कि अगर इसके ख़िलाफ़ उनके ऊपर जो है वो कार्रवाई ना की गई या उनको सज़ा ना मिली, तो ये माशरे के अंदर एक नई ही रीत जो है वो कायम हो जाएगी कि कोई भी उठेगा और किसी को भी मार देगा और गैरत का नाम दे देगा। आमना और फरहान को जो है वो जीने नहीं देंगी, ना इस जहान में ना अगले जहान में। और इन दोनों मियाँ बीवी ने जो जुल्म किया है, जो ज़्यादती की है मासूम बच्चे के साथ, एक कम उम्र बच्चे के साथ जिसको इतनी अक्ल नहीं थी, जिसको वर्गलाया गया, फंसाया गया, झांसे में लेकर इस मुकाम तक पहुँचाया गया, और इनको इनका जो अंजाम है वो भयानक हो। जिस तरह से इन्होंने रईस के साथ किया है, इनके साथ भी इसी तरह से हो। एक नई वीडियो के साथ इंशाल्लाह हाजिर होंगी। अल्लाह हाफिज़।